वाहेगुरु साहिब जी। तुम्हारे गुण क्या कहाँ, मेरे सतगुरा जब गुर बोल है तब विस्म होए जाय। हम जैसे अपराधी अवर कोई राखै, जैसे हम सतगुर राख लिए छुड़ाए। तू गुर पिता तू है गुर माता, तू गुर बंधुप मेरा सखा सखा। जेता जियो पिंड सब तेरा, तू अंतर्जामी पुरख भगवान। दासन दास कहे जन नानक, जेहा तू कराए हैं तेहा हाँ करी बख्यान। दासन दास कहे जन नानक, जेहा तू कराए हैं तेहा हाँ करी वख्यान। परम सन्मान योग वालिए कुल आलम रबी ज्ञान दे मुदस में चवर छतर तख्त दे मालिक धन श्री गुरु ग्रंथ साहिब महाराज जी दी पावन और मुकद्दस हजूरी अंदर अज आप जी मीरी पीरी दे मालिक छेवें पातशाह श्री अकाल तख्त साहिब दे उसरइये शांति दे पुंज
ਰਾਜ ਜੋਗੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹੋ। ਇਸ ਦੀਵਾਨ ਵਿੱਚ ਮਿਲੇ ਹੋਏ ਵਕਤ ਵਿੱਚ ਆਪ ਜੀ ਦੇ ਨਾਲ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਅਤੇ ਬਾਬੇ ਪ੍ਰਿਥੀ ਚੰਦ ਦੇ ਵੱਲੋਂ 4 ਹੋਏ ਖੂਨੀ ਵਾਰਾਂ ਦਾ ਜ਼ਿਕਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕਰਨ ਦਾ ਯਤਨ ਕਰਾਂਗਾ। ਆਓ ਇਕਾਗਰਤਾ ਬਖਸ਼ਿਸ਼ ਕਰਦਿਆਂ ਸਨਿਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਇਸ ਸੰਸਾਰ ਤੋਂ ਸਰੀਰਕ ਤੌਰ 'ਤੇ ਚਲਾਣਾ ਕਰਦੇ ਨੇ ਤੇ ਸਭ ਤੋਂ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਦੀ ਦਿਲੀ ਇਹ ਖਾਹਿਸ਼ ਹੈ ਕਿ ਮੈਂ ਗੁਰਗੱਦੀ ਦੇ ਉੱਪਰ ਬੈਠਾ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਦੇ ਵਿੱਚ ਸਰੀਰਕ ਅਵਸਥਾ ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਮੇਰੇ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪੰਚਮ ਪਾਤਸ਼ਾਹ ਹੋਣਗੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਸੁਭਾਏਮਾਨ ਹੁੰਦੇ ਨੇ ਤੇ ਮਊ ਪਿੰਡ ਦੇ ਵਿੱਚ ਮਹਾਰਾਜ ਜੀ ਦਾ ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ। ਕਈ ਸਾਲ ਆਨੰਦ ਕਾਰਜ ਨੂੰ ਗੁਜ਼ਰ ਚੁੱਕੇ ਨੇ ਤੇ ਬਾਬਾ ਪ੍ਰਿਥੀ ਚੰਦ ਜੀ ਅਤੇ ਉਹਨਾਂ ਦੀ ਪਤਨੀ ਬੀਬੀ ਕਰਮੋ ਜੀ ਇਹ ਸਲਾਹ ਕਰਦੇ ਨੇ ਕਿ ਜੇ ਪਹਿਲਾਂ ਤੁਹਾਨੂੰ ਗੱਦੀ ਨਹੀਂ ਮਿਲੀ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਪੁੱਤਰ ਬਾਬਾ ਮਿਹਰਬਾਨ ਨੂੰ ਗੁਰਗੱਦੀ ਜ਼ਰੂਰ ਮਿਲੇਗੀ। ਕਾਰਨ ਇਹ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ, ਕੋਈ ਪੁੱਤਰ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡਾ ਪੁੱਤਰ ਮਿਹਰਬਾਨ ਹੀ ਗੁਰਗੱਦੀ ਦੇ ਉੱਪਰ ਬੈਠੇਗਾ। ਜਿਉਂ-ਜਿਉਂ ਗੁਰੂ ਘਰ ਦੀ ਸ਼ੋਭਾ ਵੱਖ-ਵੱਖ ਥਾਵਾਂ 'ਤੇ ਫੈਲੀ, ਸੰਗਤਾਂ ਵੱਖ-ਵੱਖ ਕੀਮਤੀ ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਉਂਦੀਆਂ ਨੇ। ਜਿੱਥੇ ਸੰਗਤਾਂ ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕਰਦੀਆਂ ਨੇ, ਉੱਥੇ ਮਾਤਾ ਗੰਗਾ ਜੀ ਨੂੰ ਵੀ ਸੰਗਤਾਂ ਬੇਸ਼ਕੀਮਤੀ ਭੇਟਾਵਾਂ ਅਰਪਣ ਕਰਦੀਆਂ ਨੇ ਤੇ ਉਹ ਭੇਟਾਵਾਂ ਕੋਈ ਆਮ ਨਹੀਂ। ਸੰਗਤਾਂ ਨੇ ਬਹੁਤ ਸਾਰੇ ਕੀਮਤੀ ਵਸਤਰ ਮਾਤਾ ਗੰਗਾ ਜੀ ਨੂੰ ਭੇਟ ਕੀਤੇ ਨੇ। ਮਖਮਲ ਦੇ, ਪਸ਼ਮੀਨੇ ਦੇ, ਰੇਸ਼ਮੀ ਵਸਤਰ ਆਦਿਕ ਬਹੁਤ ਜ਼ਿਆਦਾ ਕੀਮਤੀ ਵਸਤਰ ਭੇਟਾ ਕੀਤੇ ਹੋਏ ਨੇ। ਕਈ ਮਹੀਨੇ ਗੁਜ਼ਰ ਚੁੱਕੇ ਨੇ, ਉਹ ਵਸਤਰ ਇੱਕ ਥਾਂ ਤੇ ਪਏ ਹੋਏ ਸਨ ਤੇ ਮਾਤਾ ਗੰਗਾ ਜੀ ਨੇ ਆਪਣੀਆਂ ਸੇਵਿਕਾਵਾਂ ਨੂੰ, ਆਪਣੀਆਂ ਦਾਸੀਆਂ ਨੂੰ ਅੱਜ ਹੁਕਮ ਕੀਤਾ ਹੈ ਕਿ ਕਿਉਂ ਨਾ ਉਹਨਾਂ ਵਸਤਰਾਂ ਨੂੰ ਬਾਹਰ ਕੱਢ ਕੇ ਧੁੱਪ ਲਵਾਈ ਜਾਵੇ, ਉਹਨਾਂ ਨੂੰ ਸੁਗੰਧੀ ਦਿੱਤੀ ਜਾਵੇ। ਪੁਰਾਣੇ ਸਮੇਂ ਦੇ ਅੰਦਰ ਵਸਤਰਾਂ ਨੂੰ ਧੁੱਪ ਆਦਿਕ ਲਵਾਈ ਜਾਂਦੀ ਸੀ ਕਿ ਵਸਤਰਾਂ ਦੇ ਵਿੱਚੋਂ ਕਿਤੇ ਸਮੈਲ ਨਾ ਆਵੇ, ਬਦਬੂ ਨਾ ਆਵੇ। ਤੇ ਅੱਜ ਜਦੋਂ ਇੱਕ ਮੰਜੇ ਦੇ ਉੱਪਰ ਉਹਨਾਂ ਵਸਤਰਾਂ ਨੂੰ ਰੱਖ ਕੇ ਮਾਤਾ ਜੀ ਧੁੱਪ ਲਵਾ ਰਹੇ ਨੇ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਲਾਗੇ ਬਾਬਾ ਪ੍ਰਿਥੀ ਚੰਦ ਜੀ ਦਾ ਘਰ ਹੈ। ਉਹਨਾਂ ਦੀ ਪਤਨੀ ਬੀਬੀ ਕਰਮੋ ਜੀ ਨੇ ਜਦੋਂ ਵਸਤਰ ਵੇਖੇ, ਕੀਮਤੀ ਭੇਟਾਵਾਂ ਵੇਖੀਆਂ, ਬੜੀ ਈਰਖਾ ਖਾਧੀ, ਬਹੁਤ ਗੁੱਸੇ ਹੋਈ, ਕ੍ਰੋਧਿਤ ਹੋਈ। ਬਾਬਾ ਪ੍ਰਿਥੀ ਚੰਦ ਜੀ ਘਰ ਆਏ, ਗੁੱਸੇ ਵਿੱਚ ਕਹਿਣ ਲੱਗੀ ਕਿ ਤੁਸੀਂ ਤਾਂ ਪਤਾ ਨਹੀਂ ਕਿਹੜੇ ਕੰਮਾਂ ਕਾਜਾਂ ਦੇ ਵਿੱਚ ਵਿਅਸਤ ਰਹਿੰਦੇ ਹੋ, ਰੁੱਝੇ ਰਹਿੰਦੇ ਹੋ। ਜੇ ਤੁਸੀਂ ਗੁਰੂ ਰਾਮਦਾਸ ਪਿਤਾ ਜੀ ਦੀ ਸੇਵਾ ਕੀਤੀ ਹੁੰਦੀ, ਉਹਨਾਂ ਦਾ ਹੁਕਮ ਮੰਨਿਆ ਹੁੰਦਾ, ਅੱਜ ਤੁਹਾਡੇ ਕੋਲ ਗੁਰਗੱਦੀ ਹੋਣੀ ਸੀ ਤੇ ਜਿਹੜੀਆਂ ਭੇਟਾਵਾਂ ਗੰਗਾ ਦੇ ਕੋਲ ਆ, ਜਿਹੜੇ ਵਸਤਰ ਬੇਸ਼ਕੀਮਤੀ ਗੰਗਾ ਦੇ ਕੋਲ ਹੈ, ਉਹ ਵਸਤਰ ਮੇਰੇ ਕੋਲ ਹੋਣੇ ਸਨ। ਤੇ ਕਿਹਾ ਜਾਂਦਾ ਹੈ ਬੀਬੀ ਕਰਮੋਂ ਦੀ ਇੱਕ ਦਾਸੀ ਨੇ ਆ ਕੇ ਮਾਤਾ ਗੰਗਾ ਜੀ ਦੀ ਦਾਸੀ ਨੂੰ ਦੱਸ ਦਿੱਤਾ ਹੈ ਕਿ ਬੀਬੀ ਕਰਮੋਂ ਕਹਿ ਰਹੀ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ
ਤੇ ਸਾਡਾ ਪੁੱਤਰ ਮਿਹਰਬਾਨ ਗੁਰਗੱਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੈਠੇਗਾ। ਮਾਤਾ ਗੰਗਾ ਜੀ ਨੇ ਪੰਚਮ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜੇ, ਕਹਿਣ ਲੱਗੇ, ਹੇ ਦੁਨੀ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ, ਤੁਹਾਡੇ ਕੋਲ ਗਰੀਬ ਆਉਂਦੇ ਨੇ, ਅਮੀਰ ਆਉਂਦੇ ਨੇ, ਲੋੜਵੰਦ ਆਉਂਦੇ ਨੇ, ਤੁਹਾਡੇ ਕੋਲ ਆ ਕੇ ਅਰਦਾਸਾਂ ਕਰਵਾਉਂਦੇ ਨੇ। ਮਹਾਰਾਜ ਤੁਹਾਨੂੰ ਨਮਸਕਾਰ ਕਰਦੇ ਨੇ, ਵੱਖ ਵੱਖ ਭੇਟਾਵਾਂ ਦਾਤਾਂ ਮੰਗਦੇ ਨੇ, ਤੇ ਸਾਡੇ ਘਰ ਦੇ ਵਿੱਚ ਕਿੰਨੇ ਸਾਲ ਹੋ ਗਏ ਨੇ ਕੋਈ ਸੰਤਾਨ ਨਹੀਂ ਹੈ, ਪੁੱਤਰ ਨਹੀਂ ਹੈ। ਜੇ ਤੁਹਾਨੂੰ ਸੰਤਾਨ ਦੀ ਇੱਛਾ ਨਹੀਂ ਹੈ, ਕਿਰਪਾ ਕਰਕੇ ਮੈਨੂੰ ਹੀ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦਿਓ, ਸੰਤਾਨ ਦੀ ਔਲਾਦ ਦੀ ਦਾਤ ਬਖਸ਼ਿਸ਼ ਕਰ ਦਿਓ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਪੁੱਤਰ ਦੀ ਪ੍ਰਾਪਤੀ ਚਾਹੁੰਦੇ ਹੋ ਤੇ ਬੀੜ ਸਾਹਿਬ ਦੇ ਵਿੱਚ ਮਹਾਨ ਗੁਰਸਿੱਖ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਤੱਕ ਸੇਵਾ ਕਰਦੇ ਰਹੇ ਨੇ ਜੋ, ਤੇ ਉਹਨਾਂ ਨੇ ਸਾਡੇ ਕੋਲ ਆ ਕੇ ਵੀ ਕਈ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਗਾਥਾਵਾਂ ਸਾਖੀਆਂ ਸੁਣਾਈਆਂ ਨੇ। ਤੁਸੀਂ ਉਹਨਾਂ ਦੇ ਕੋਲ ਜਾ ਕੇ ਅਰਦਾਸ ਕਰਵਾਓ, ਜ਼ਰੂਰ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇਗੀ। ਜਿਹੜੀ ਬੀੜ ਦੀ ਧਰਤੀ ਹੈ, ਇਹ ਕਿਹਾ ਜਾਂਦਾ ਝਬਾਲ ਦੇ ਰਹਿਣ ਵਾਲੇ ਭਾਈ ਲੰਗਾ ਜੀ ਜੋ ਮਹਾਰਾਜ ਜੀ ਦੇ ਸ਼ਰਧਾਲੂ ਸਨ, ਉਹਨਾਂ ਨੇ ਉਹ ਜ਼ਮੀਨ ਭੇਟਾ ਕੀਤੀ ਸੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਡੰਗਰਾਂ ਦੀ ਸੇਵਾ, ਪਸ਼ੂਆਂ ਦੀ ਸੇਵਾ ਕਰਦੇ ਸਨ। ਤੇ ਮਾਤਾ ਗੰਗਾ ਜੀ ਅੱਜ ਸਵਖਤੇ ਉੱਠੇ ਨੇ, ਉਹਨਾਂ ਨੇ ਮਿੱਸੇ ਪ੍ਰਸ਼ਾਦੇ ਪਕਾਏ, ਲੱਸੀ ਤਿਆਰ ਕੀਤੀ, ਨਾਲ ਉਹਨਾਂ ਨੇ ਗੰਢਾ ਲਿਆ ਆਦਿ ਇਹ ਪਕਵਾਨ ਲੈ ਕੇ ਕੁਝ ਉਦਾਸੀਆਂ ਨੂੰ ਲੈ ਕੇ ਮਾਤਾ ਗੰਗਾ ਜੀ ਬੀੜ ਦੀ ਧਰਤੀ ਤੇ ਚਲੇ ਗਏ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਵੇਂ ਆਜ਼ਿਜ਼ ਹੋ ਕੇ ਆਪਾਂ ਮੰਗਦੇ ਹਾਂ, ਉਸੇ ਤਰ੍ਹਾਂ ਹੱਥ ਜੋੜ ਕੇ ਕਹਿ ਰਹੇ ਨੇ, ਬਾਬਾ ਜੀ ਮੈਂ ਤੁਹਾਡੇ ਕੋਲ ਅੱਜ ਅਰਦਾਸ ਕਰਵਾਉਣ ਵਾਸਤੇ ਆਈ। ਬਾਬਾ ਬੁੱਢਾ ਸਾਹਿਬ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਨੇ, ਖੁਸ਼ ਹੋਏ ਨੇ ਕਿ ਮਾਤਾ ਗੰਗਾ ਜੀ ਖੁਦ ਮੇਰੇ ਕੋਲ ਚੱਲ ਕੇ ਆਏ ਨੇ। ਇਹ ਮੇਰੇ ਵਾਸਤੇ ਸੁਭਾਗ ਸਮਾਂ ਹੈ, ਖੁਸ਼ੀ ਦਾ ਸਮਾਂ ਹੈ। ਤੇ ਹੱਥ ਜੋੜ ਕੇ ਕਹਿੰਦੇ ਨੇ, ਮਾਂ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ, ਤੁਸੀਂ ਲੱਗਦਾ ਹੈ ਮੇਰੇ ਵਾਸਤੇ ਕੋਈ ਖਾਣ ਵਾਸਤੇ ਪਦਾਰਥ ਵੀ ਲੈ ਕੇ ਆਏ ਹੋ। ਤੇ ਮਾਤਾ ਗੰਗਾ ਜੀ ਨੇ ਉਹ ਮਿੱਸੇ ਪ੍ਰਸ਼ਾਦੇ, ਲੱਸੀ, ਗੰਢਾ ਆਦਿ ਖੋਲ ਕੇ ਸਨਮੁਖ ਰੱਖ ਦਿੱਤਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਪਕਵਾਨ ਨੂੰ ਵੇਖ ਰਹੇ ਨੇ, ਹੱਥ ਦੇ ਉੱਪਰ ਉਹਨਾਂ ਨੇ ਪ੍ਰਸ਼ਾਦੇ ਰੱਖੇ ਹੋਏ ਨੇ ਤੇ ਪ੍ਰਸ਼ਾਦਿਆਂ ਦੇ ਉੱਪਰ ਗੰਢਾ ਰੱਖ ਕੇ ਇਤਿਹਾਸ ਕਹਿੰਦਾ ਉਹਨਾਂ ਨੇ ਮੁੱਕੀ ਮਾਰ ਕੇ ਉਸ ਗੰਢੇ ਨੂੰ ਜਦੋਂ ਭੰਨਿਆ ਤੇ ਨਾਲ ਇੱਕ ਬਚਨ ਕਿਹਾ ਜੋ ਕਿ ਗੁਰਬਿਲਾਸ ਪਾਤਸ਼ਾਹ 6ਵੀਂ ਦੇ ਵਿੱਚ ਦਰਜ ਹੈ। ਕਹਿਣ ਲੱਗੇ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾ ਕੋ ਬਲ ਗੁਣ ਕਿਨੂੰ ਨਾ ਸੋਧਾ। ਕਹਿਣ ਲੱਗੇ ਤੁਹਾਡੇ ਘਰ ਦੇ ਵਿੱਚ ਇੱਕ ਐਸਾ ਬਲਵਾਨ ਸ਼ਕਤੀਸ਼ਾਲੀ ਪੁੱਤਰ ਪੈਦਾ ਹੋਵੇਗਾ ਜਿਸ ਦਾ ਮੁਕਾਬਲਾ ਨਾ ਤਾਂ ਅੱਜ ਕੋਈ ਕਰ ਸਕੇਗਾ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਬਾਦਸ਼ਾਹ, ਕੋਈ ਅਹਿਲਕਾਰ, ਕੋਈ ਜਰਨੈਲ ਕਰ ਸਕੇਗਾ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੈ ਤੇ ਕਿਹਾ ਜਾਂਦਾ ਸਨ ਅੱਜ 19 ਜੂਨ 1595 ਈਸਵੀ ਆ ਗਈ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਮਾਤਾ ਗੰਗਾ ਜੀ ਦੀ ਕੁੱਖ ਤੋਂ ਇੱਕ ਬਾਲ ਦਾ ਜਨਮ ਹੋਇਆ ਜਿਸ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਖੁਦ ਰੱਖਿਆ ਹੈ। ਇਹ ਇਤਿਹਾਸ ਦੀ ਵਾਰਤਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਹੈ ਸ਼੍ਰੀ ਹਰਗੋਬਿੰਦ ਜੀ। ਤੇ ਉਸ ਸਮੇਂ ਸ਼ੁਕਰਾਨੇ ਵਜੋਂ ਪੰਚਮ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ। ਉਹ ਸ਼ਬਦ ਹੈ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਮਹਾਰਾਜ ਜੀ ਨੇ ਜਨਮ ਤੋਂ ਬਾਅਦ ਦੀ ਗੱਲ ਹੀ ਨਹੀਂ ਕੀਤੀ, ਜਨਮ ਤੋਂ ਪਹਿਲਾਂ ਦੀ ਵੀ ਗੱਲ ਕੀਤੀ ਹੈ ਕਿ ਜਦੋਂ ਮਾਤਾ ਦੇ ਉਦਰ ਦੇ ਵਿੱਚ, ਪੇਟ ਦੇ ਵਿੱਚ ਬਾਲ ਦਾ ਆਗਮਨ ਹੋਇਆ, ਆਮਦ ਹੋਈ,
कहने लगे उधरे माए आए किया निवास, माता के मन बहुत विगास। विगास का अर्थ है खेड़ा। गंगा जी के चेहरे के उपर रौनक वखरी सी, खेड़ा वखरा सी। माता के मन बहुत विगास, जमया पूत भगत गोविंद का, प्रगटिया सब मैं लिखिया धुर का। कहने लगे बालों का जन्म तो बहुत होंदा है, पता नहीं किन्ने धरती के उपर बच्चे एक सैकंड के जन्म लै रहे हैं, पर सारे भगत तो नहीं बन जाते, सेवक तो नहीं बन जाते, संत तो नहीं बन जाते, ब्रह्म ज्ञानी तो नहीं बन जाते। पर पंचम पातशाह जी कहते हैं जिहड़ा अज गंगा जी के घर दे विच पुत्र पैदा होया, ये मैं दावे दे नाल कहना उस गोविंद दा, परमात्मा दा भगत है। जमया पूत भगत गोविंद का, प्रगटिया सब मैं लिखिया धुर का। ते सारियां सिखां दे मनां दे विच धुर दा जो लेख लिखिया होया सी अज उगड़ गया है, वो प्रगट हो गया। प्रगटिया सब मैं लिखिया धुर का, दसी मासी हुक्म बालक जन्म लिया, मिटिया सोग महा आनंद थिया। कहन लगे जो सिखां दे संगतां दे मनां दे विच सोग सी, जो अशांति सी, वो चली गई है। मिटिया सोग महा आनंद थिया, गुरबाणी सखी आनंद गावै, साचे साहिब कै मन भावै। संगतां एक दूजे नूं बधाइयां दे रहे ने, मुबारकां दे रहे ने। गुरबाणी सखी आनंद गावै, साचे साहिब कै मन भावै। वधी वेल बहु पीढ़ी चाली, धर्म कला हर बंद बहाली। महाराज जी कहते ने अज गुरु रामदास महाराज जी की पीढ़ी अगे चल पई है। इसे करके भाई गुरदास साहब जी ने अपनी रचना दे विच वारां दे विच बयान किया है, पंज प्याले पंज पीर, छठम पीर बैठा गुर भारी। अर्जन काया पलट क्या मूरत हर गोबिंद सवारी। चली पीढ़ी सोढ़ियां रूप दिखावन वारो वारी। महाराज जी ने यह नहीं कहा कि गुरु हरगोबिंद साहब महाराज जी कोई वखरे ने, वो कहते ने काया बदली है, शरीर ही बदलिया, जिसम भी बदलिया है, बाकी जोत वही है। जोत वह जुगत साहिब शह काया फेर पलटी है। महाराज जी कहते ने अजमत ताकत वो ज्ञान वही है जो गुरु नानक साहब महाराज जी दे कोल सी। ते गुरु अर्जन साहब महाराज गुरबाणी दे विच अगे फरमान कर रहे ने, गुरबाणी सखी आनंद गावै, साचे साहिब कै मन भावै। मन चिंदिया सतगुरु दिवाया, भय अचिंत एक लिवलाया। जो बालक पिता ऊपर करे बहुमान, बुलाया बोले गुर कै भान। गुझी छन्नी नाही बात, गुर नानक तुठा कीनी दात। हजूर कहते ने ये कोई लुकी छिपी हुई गल नहीं है। मैनू पता है कि गुरु नानक साहब महाराज जी ने बख्शिश की है, तो मेरे घर दे विच अज पुत्र का जन्म होया है। जदों बाबा प्रती चंद जी नूं पता लगा तो बहुत उन्होंने ईर्खा की है कि गुरु अर्जन साहब जी के घर दे विच क्यों पुत्र पैदा हो गया। पुत्र पैदा होने का मतलब है कि गुरु अर्जन साहब तो बाद गुरगद्दी ते इन्हां दा पुत्र बैठेगा। जे पुत्र ना पैदा होंदा, मेरा पुत्र मेहरबान बैठना सी। बाबा प्रीति चंद जी टिक के बैठे नहीं, उन्होंने बड़े यतन किए कि किसी ना किसी तरीके दे नाल ये बाल खत्म हो जाए, इसकी मौत हो जाए। क्या जाता है कि गुरु हरगोबिंद साहब महाराज का प्रकाश ਅੰਮ੍ਰਿਤਸਰ ਸਾਹਿਬ ਤੋਂ 4 ਮੀਲਾਂ ਦੀ ਦੂਰੀ ਤੇ ਉੱਤੇ ਪਿੰਡ ਵਡਾਲੀ ਵਿਖੇ ਹੋਇਆ। ਵਡਾਲੀ ਪਿੰਡ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਛੋਟਾ ਜਿਹਾ ਇੱਕ ਪਿੰਡ ਹੈ, ਇੱਕ ਨਗਰ ਹੈ, ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ 1595 ਈਸਵੀ ਦੇ ਵਿੱਚ ਮਾਤਾ ਗੰਗਾ ਜੀ ਦੇ ਸਹਿ ਟਿਕੇ ਹੋਏ ਸਨ। ਤੇ ਕਿਹਾ ਜਾਂਦਾ ਹੈ ਅੱਜ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਪ੍ਰਿਥੀ ਚੰਦ ਨੇ ਸ਼੍ਰੀ ਹਰਗੋਬਿੰਦ ਜੀ ਨੂੰ ਮਾਰਨ ਦੇ ਵਾਸਤੇ एक दाई नूं भेजिया। दाई नूं बुला के उन्होंने कहा कि बाल वो बच्चा दुध बहुत पींदा है, तो क्यों ना तुसीं अपनी छाती के उपर जहर लगा के उस बच्चे नूं अपना दुध चुंघाउण दा यतन करो। जदों वो बच्चा दुध पीवेगा, छाती के उत्ते लगा होया जहर जदों उसके जिस्म दे विच जावेगा, शरीर में जावेगा, उसकी मौत हो जाएगी। दाई ने अपनी छाती के उपर जहर लगाया। क्या जाता जी रस्ते दे विच ही जा रही सी,
सरीए के उपर बहुत ज़्यादा रोम होने करके, सुराख होने करके जहर का असर शरीर दे विच बहुत छेती हो गया। छाती सारी आकड़ गई। रस्ते दे विच उस दाई की मौत हो गई। प्रीति चंद जी नूं पता लगा। फिर मारन दे वास्ते क्या जाता है, उसने एक सपेरे नूं मंगा लिया, बुला लिया। सपेरे नूं बुला के कहंदा है कि जिहड़ा तेरी पिटारी दे विच सप है, इस सप नूं उत्थे जाके छड्डी जिथे श्री हरगोबिंद खेडदा होवे। श्री भावें मैं सत्कार वास्ते शब्द बाबा प्रति चंद श्री नहीं बोलता। कहंदा उस बच्चे नूं मार देवी। सपेरा जाके वडाली विखे पहलां ते इह वेखदा है कि बाल हरगोबिंद खेडदा कित्थे है। जदों इकल्ला होवेगा उदों ही सप नूं छड्डांगा। ते इकल्ले नूं वेख के क्या जांदा है, सपेरे ने सप छड्डिया। ते कई इतिहासकार कहंदे ने श्री हरगोबिंद जी ने चीक चिहाड़ा पा दिता। लोग इकट्ठे हो गए, उस सपेरे नूं फड़ लिया, पकड़ लिया ते सप नूं उन्हां ने मार दिता। पर कई इतिहासकारां ने लिखिया है कि श्री हरगोबिंद जी ने अपने पावन कर कमलों के नाल, अपने हत्थां दे नाल सप दी सिरी तो फड़ के सप नूं दबा दिता, मार दिता। ते उस सपेरे की बहुत निंदिया हुई, बड़ी बदनामी हुई। ते इतिहास कहता है श्री अमृतसर साहब विखे बाबा प्रति चंद जी रह रहे सन। ते गुरु अर्जन साहब महाराज भी कोई समा ठहर के श्री अमृतसर साहब की धरती ते आके टिक गए। जदों बाबा प्रति चंद नूं पता लगा, थोड़ा जिहा अंदरों खुश होया कि साडे लागे आ गए ने, बच्चे नूं मारना बड़ा सौखा हो जाएगा। बच्चे नूं मारन दे वास्ते अज तीजा वार वो करन लगा है। तीजा वार करन दे वास्ते क्या जांदा, एक खिडावे दे नाल उसने गल कीती, लालच दिता। कहन लगा जिस बच्चे नूं तू मार देवेगा, जो तू मंगेगा मिलेगा, जिन्ना धन मंगेगा, जे कोई होर जायदाद चाहिए वो भी मिलेगी, पर बच्चा मरना चाहिए, खत्म होना चाहिए, मैनूं ये खबर मिलनी चाहिए है। खिडावे ने क्या जांदा है, दही दे विच जहर मिलाया है। दही दे विच जहर मिला के बाल हरगोबिंद जी नूं मारन दा यतन कीता। पर जदों श्री हरगोबिंद जी ने चीख चिहाड़ा पाया, उच्ची आवाज़ मारी, तो क्या जांदा है कि वह खिडावा उसे थां दे उत्ते टिकिया होया सी। लोग इकट्ठे हो गए, इन्ना ज़्यादा शर्मिंदा होया, इन्ना ज़्यादा जलील होया, अंदर सूल पैदा होया, अंदर बहुत भयानक दर्द पीड़ा पैदा हुई। तो गुरु अर्जन साहब महाराज जी कहते हैं भावें वो जात का ब्राह्मण सी, अपने आप नूं कहंदा सी मैं बड़ी उच्ची जात वाला है, पर कर्म उसका बड़ा नीवा सी। इसे करके महाराज जी कहते हैं नानक नाम है बाज सनात। सनात का अर्थ है नीवी जात वाला। जिहड़ा नाम तो रहता है वो बंदा सब तो नीवी जात वाला है। तो गुरु अर्जन साहब सच्चे पातशाह महाराज जी कहते हैं कि श्री हरगोबिंद जी नूं कोई चोट नहीं आई, कोई शरीर के उत्ते माड़ा भयानक असर दिखाई नहीं दिता। पर मैं एक गल दावे दे नाल आखदा हाँ कि वह ब्राह्मण तड़फदा होया उत्थे मर गया। लेप ना लागो तिल का मूल, एक गुरबाणी का शब्द है, गुरु अर्जन साहब जी ने दर्ज किया है। लेप ना लागो तिल का मूल, दुष्ट ब्राह्मण मुआ होए कै सूल, हर जन राखे पार ब्रह्म आप, पापी मुआ गुर प्रताप। ये तीजा वार प्रीति चंद ने किया। फिर टेके नहीं बैठा। बड़ी नगर में बदनामी हुई, भावें लोगों को पता भी लग गया कि कारज जिन्ने भी ने, ये हमले जिन्ने भी ने, ये सारे प्रीति चंद करवा रहा। चौथा हमला करवाउण दे वास्ते अज श्री हरगोबिंद जी दे एक दोस्त नूं, एक मित्र नूं उसने गंढिया है। कहन लगा तेरे नाल बड़ा वो खेडदे ने ते तू जरूर उस बच्चे नूं मार सकदा है। कहन लगा जो तेनू चाहिए मिल जाएगा। बच्चे नूं उकसाया गया। कहन लगा तू मेरे को मिठाई लै जा। ते एक मिठाई जिहड़ी है वो अपने जेब दे विच चंगी पा लवीं ते दूजे जेब दे विच जिहड़ी मिठाई है वो जहर वाली पा लवीं।
ਤੇ ਜਦੋਂ ਗੱਲਾਂ ਕਰਦਿਆਂ ਕਰਦਿਆਂ ਸ਼੍ਰੀ ਹਰਗੋਬਿੰਦ ਜੀ ਦੇ ਕੋਲ ਜਾਵੇਂਗਾ ਤੇ ਚੰਗੀ ਮਿਠਾਈ ਖੁਦ ਖਾ ਲਵੇਂ ਤੇ ਜ਼ਹਿਰ ਵਾਲੀ ਜਿਹੜੀ ਮਿਠਾਈ ਹੈ ਹਰਗੋਬਿੰਦ ਨੂੰ ਖਵਾ ਦੇ। ਉਹ ਬੱਚਾ ਜਦੋਂ ਕੋਲ ਗਿਆ, ਪਤਾ ਨਹੀਂ ਉਸਦੀ ਸੁਰਤ ਕਿੱਥੇ ਚਲੀ ਗਈ, ਚੇਤਾ ਹੀ ਭੁੱਲ ਗਿਆ ਕਿ ਜ਼ਹਿਰ ਵਾਲੀ ਮਿਠਾਈ ਕਿਹੜੀ ਸੀ, ਚੰਗੀ ਕਿਹੜੀ ਸੀ। ਜ਼ਹਿਰ ਵਾਲੀ ਮਿਠਾਈ ਖੁਦ ਖਾਈ ਜਾ ਰਿਹਾ, ਚੰਗੀ ਮਿਠਾਈ ਗੁਰੂ ਹਰਗੋਬਿੰਦ ਜੀ ਨੂੰ ਦੇਈ ਜਾ ਰਿਹਾ। ਉਹ ਦੋਸਤ ਮਹਾਰਾਜ ਦਾ ਜਿਹੜਾ ਮਿੱਤਰ ਸੀ, ਜਿਸ ਨੂੰ ਪ੍ਰਿਥੀ ਚੰਦ ਜੀ ਨੇ ਉਕਸਾਇਆ ਹੋਇਆ ਸੀ, ਉਹ ਵੀ ਉਸਦੀ ਮੌਤ ਹੋ ਗਈ। ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਕੰਨਾਂ ਦੇ ਨਾਲ ਸੁਣ ਰਹੇ ਨੇ ਕਿ ਮਾਝੇ ਦੇ ਵਿੱਚ ਕਾਲ ਪੈ ਗਿਆ ਹੈ। ਕਾਲ ਪੈਣ ਦੇ ਦੌਰਾਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਅੱਜ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਚੱਲ ਪਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਸਾਡਾ ਪਰਿਵਾਰ ਅੰਮ੍ਰਿਤਸਰ ਸਾਹਿਬ ਇਕੱਲਾ ਰਹੇਗਾ, ਪ੍ਰਿਥੀ ਚੰਦ ਪਿੱਛੋਂ ਟਿਕਾ ਦੇ ਨਾਲ ਬੈਠਣ ਨਹੀਂ ਦੇਵੇਗਾ। ਮਹਾਰਾਜ ਨਾਲ ਪਰਿਵਾਰ ਨੂੰ ਲੈ ਕੇ ਤੁਰ ਪਏ। ਤੇ ਕਿਹਾ ਜਾਂਦਾ ਹੈ ਮਾਝੇ ਦੇ ਵਿੱਚ ਉਸ ਸਮੇਂ ਬਹੁਤ ਮਹਾਮਾਰੀ ਫੈਲੀ ਹੋਈ ਸੀ, ਸੀਤਲਾ ਫੈਲੀ ਹੋਈ ਸੀ, ਕਾਲ ਪਿਆ ਹੋਇਆ ਸੀ। ਖਾਣ ਦੇ ਵਾਸਤੇ ਕਿਸੇ ਦੇ ਕੋਲ ਕੋਈ ਪਦਾਰਥ ਨਹੀਂ ਸੀ, ਪਕਵਾਨ ਨਹੀਂ ਸੀ, ਗਰੀਬ ਕੁਰਲਾ ਰਹੇ ਸਨ। ਤੇ ਲਾਹੌਰ ਦੇ ਵਿੱਚ ਕਿਹਾ ਜਾਂਦਾ ਮਹਾਮਾਰੀ ਦੇ ਨਾਲ, ਕਾਲ ਦੇ ਨਾਲ ਇੰਨੀਆਂ ਕਲਾਸ਼ਾਂ ਬਾਜ਼ਾਰਾਂ ਦੇ ਵਿੱਚ ਭਰੀਆਂ ਹੋਈਆਂ ਸਨ, ਉਹਨਾਂ ਦਾ ਸੰਸਕਾਰ ਕਰਨ ਵਾਸਤੇ ਕੋਈ ਬੰਦਾ ਨਹੀਂ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਤਿਹਾਸ ਕਹਿੰਦਾ 8 ਮਹੀਨੇ ਲਾਹੌਰ ਰਹੇ ਨੇ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਸੰਗਤਾਂ ਤਾਂ ਮੇਰਾ ਬੜਾ ਸਨਮਾਨ ਅਦਬ ਕਰਦੀਆਂ ਨੇ, ਕਿਉਂ ਨਾ ਮੈਂ ਕਿਸੇ ਸੇਵਕ ਨੂੰ ਭੇਜ ਕੇ ਲਾਹੌਰ ਸੇਵਾ ਕਰਵਾ ਦੇਵਾਂ। ਮਹਾਰਾਜ ਖੁਦ ਗਏ। 8 ਮਹੀਨੇ ਪਰਿਵਾਰ ਦੇ ਸਹਿਤ ਛੋਟਾ ਜਿਹਾ ਮਹਾਰਾਜ ਦਾ ਸਾਹਿਬਜ਼ਾਦਾ ਹੈ ਤੇ ਉਹਨਾਂ ਦੇ ਨਾਲ 8 ਮਹੀਨੇ ਲਾਹੌਰ ਰਹਿ ਕੇ ਸੇਵਾ ਕਰਦੇ ਨੇ। ਜਿਨ੍ਹਾਂ ਨੂੰ ਦਵਾਈ ਦਾਰੂ ਦੀ ਲੋੜ ਹੈ, ਦਵਾਈ ਦਾ ਪ੍ਰਬੰਧ ਕਰਦੇ ਨੇ। ਜਿਸ ਨੂੰ ਵਸਤਰਾਂ ਦੀ ਲੋੜ ਹੈ, ਵਸਤਰ ਦਾ ਪ੍ਰਬੰਧ, ਤੇ ਜਿਸ ਨੂੰ ਖਾਣ ਵਾਸਤੇ ਪਦਾਰਥ ਦੀ ਲੋੜ ਹੈ, ਉਸ ਵਾਸਤੇ ਖਾਣ ਦਾ ਪ੍ਰਬੰਧ ਕਰਦੇ ਨੇ। ਕਿਉਂਕਿ ਦਸਵੰਧ ਦੀ ਜਿਹੜੀ ਸੰਗਤਾਂ ਦੀ ਮਾਇਆ ਆ ਰਹੀ ਸੀ, ਮਹਾਰਾਜ ਨੇ ਸਾਰੀ ਉਸ ਕਾਲ ਦੇ ਦੌਰਾਨ ਲਗਾ ਦਿੱਤੀ। ਮਹਾਰਾਜ ਨੇ ਖੁਦ ਆਪਣੇ ਹੱਥੀਂ ਮ੍ਰਿਤਕ ਸਰੀਰਾਂ ਦਾ ਸੰਸਕਾਰ ਵੀ ਕੀਤਾ। ਉਸੇ ਦੌਰਾਨ 2-3 ਸਾਲ ਮਹਾਰਾਜ ਮਾਝੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਰਹੇ। ਤੇ ਕਿਹਾ ਜਾਂਦਾ ਹੈ ਸ਼੍ਰੀ ਹਰਗੋਬਿੰਦ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ। ਤੇਜ਼ ਬੁਖਾਰ ਹੋਣ ਤੋਂ ਬਾਅਦ ਸਰੀਰ ਦੇ ਉੱਤੇ ਸੀਤਲਾ ਨਿਕਲ ਗਈ। ਵੱਖ-ਵੱਖ ਲੋਕ, ਵੱਖ-ਵੱਖ ਬਿਰਤੀ ਦੇ ਲੋਕ ਆ ਰਹੇ ਨੇ ਤੇ ਕੁਝ ਆ ਕੇ ਕਹਿੰਦੇ ਤੁਸੀਂ ਦਵਾਈ ਦਾਰੂ ਦਾ ਪ੍ਰਬੰਧ ਨਾ ਕਰੋ, ਇਸ ਨਾਲ ਮਾਤਾ ਸੀਤਲਾ ਨਾਰਾਜ਼ ਹੋ ਜਾਵੇਗੀ। ਤੁਸੀਂ ਸੀਤਲਾ ਮਾਤਾ ਦੇ ਮੰਦਿਰ ਵਿੱਚ ਜਾ ਕੇ ਮੱਥਾ ਟੇਕੋ, ਉੱਥੇ ਜਾ ਕੇ ਤੁਸੀਂ ਹੱਥ ਜੋੜ ਕੇ ਅਰਦਾਸ ਕਰੋ, ਬੇਨਤੀ ਕਰੋ ਕਿ ਇਹ ਸੀਤਲਾ ਮਾਤਾ ਸਾਡੇ ਬੱਚੇ ਦੀ ਇਸ ਬਿਮਾਰੀ ਨੂੰ ਦੂਰ ਕਰ ਦੇਵੋ। ਕਈ ਤਾਂ ਵੀ ਕਹਿੰਦੇ ਨੇ ਕਿ ਸੀਤਲਾ ਨੂੰ ਬਿਮਾਰੀ ਨਹੀਂ ਆਖਣਾ ਚਾਹੀਦਾ, ਇਹ ਮਾਤਾ ਦੀ ਸਗੋਂ ਬਖਸ਼ਿਸ਼ ਹੁੰਦੀ ਹੈ। ਤੇ ਉਹ ਕਹਿੰਦੇ ਨੇ ਤੁਸੀਂ ਮੰਦਿਰ ਦੇ ਕੋਲ ਜਿਹੜਾ ਲਾਗੇ ਸਰੋਵਰ ਹੈ, ਉਸ ਦੀ ਰਾਖ ਨੂੰ ਲਿਆ ਕੇ, ਮਿੱਟੀ ਨੂੰ ਲਿਆ ਕੇ ਇਸ ਬੱਚੇ ਦੇ ਸਰੀਰ ਦੇ ਉੱਪਰ ਮਲ ਦੇਵੋ ਤੇ ਬੱਚਾ ਠੀਕ ਹੋ ਜਾਵੇਗਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ। ਆਪ ਸਤਿਗੁਰੂ ਦੇ ਸਿੱਖ ਹੋ, ਗੁਰਬਾਣੀ ਦੇ ਸਿੱਖ ਹੋ, ਸ਼ਬਦ ਦੇ ਸਿੱਖ ਹੋ। ਆਪ ਜੀ ਕਿਸੇ ਦੇਵੀ ਦੇ ਸਿੱਖ ਨਹੀਂ। ਇਸ ਕਰਕੇ ਅੱਜ ਸਾਨੂੰ ਲੋੜ ਹੈ ਸਿੱਖਣ ਦੀ, ਉਪਦੇਸ਼ ਲੈਣ ਦੀ, ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਤੋਂ ਕੁਝ ਆਪਾਂ ਸਿੱਖਣ ਦਾ ਯਤਨ ਕਰੀਏ। ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਤੇ ਬੜਾ ਭਰੋਸਾ ਹੈ, ਬੜਾ ਯਕੀਨ ਹੈ। ਮੈਨੂੰ ਪਤਾ ਹੈ ਕਿ ਸ਼੍ਰੀ ਹਰਗੋਬਿੰਦ ਜੀ ਦੀ ਰੱਖਿਆ ਉਹ ਵਾਹਿਗੁਰੂ ਖੁਦ ਅਕਾਲ ਪੁਰਖ ਕਰੇਗਾ। ਮਹਾਰਾਜ ਨੇ ਦਵਾਈ ਦਾਰੂ ਦਾ ਪ੍ਰਬੰਧ ਕੀਤਾ ਹੈ। ਕੁਝ ਦਿਨਾਂ ਤੋਂ ਬਾਅਦ ਉਹ ਸੀਤਲਾ ਸਰੀਰ ਤੋਂ ਹਟ ਗਈ ਹੈ। ਮਹਾਰਾਜ ਨੇ ਸ਼ੁਕਰਾਨੇ ਦੇ ਵਜੋਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਵੀ ਦਰਜ ਕੀਤਾ ਹੈ। ਕਹਿਣ ਲੱਗੇ ਅੱਖਾਂ ਦੇ ਉੱਤੇ ਬੜਾ ਪ੍ਰਭਾਵ ਪਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੱਖਾਂ ਦੀ ਜਿਹੜੀ ਇਹ ਦ੍ਰਿਸ਼ਟੀ ਹੈ ਚਲੀ ਜਾਵੇਗੀ, ਨਜ਼ਰ ਚਲੀ ਜਾਵੇ, ਕਮਜ਼ੋਰ ਹੋ ਜਾਵੇਗੀ। ਪਰ ਅੱਜ ਵਾਹਿਗੁਰੂ ਨੇਤਰਾਂ ਦੇ ਵਿੱਚ ਵੀ ਪ੍ਰਕਾਸ਼ ਕਰ ਦਿੱਤਾ ਹੈ। ਨੇਤਰ ਪ੍ਰਕਾਸ਼ ਕੀਆ ਗੁਰਦੇਵ। ਕਹਿਣ ਲੱਗੇ ਦੂਜੀ ਗੱਲ, ਲੋਕਾਂ ਦੇ ਭਰਮ ਦੂਰ ਹੋ ਗਏ। ਲੋਕੀ ਕਹਿੰਦੇ ਸਨ ਇਹ ਸੀਤਲਾ ਮਾਤਾ ਇਸ ਤਰ੍ਹਾਂ ਠੀਕ ਨਹੀਂ ਹੋਵੇਗੀ। ਅੱਜ ਮੈਂ ਤੁਹਾਨੂੰ ਯਕੀਨ ਨਾਲ ਕਹਿ ਦਿੰਦਾ, ਭਰਮ ਗਏ।
पूरन भई सेव शीतला ते रखिया बिहारी पाल ब्रह्म प्रभ कृपा धारी नानक नाम जपै सो जीवै साध संग हर अमृत पीवै। धन श्री गुरु हरगोबिंद साहब महाराज जी क्या जाता है थोड़े जे वड्डे होए ने 6 साल दे हो चुके ने ते गुरु अर्जन साहब महाराज जी ने जिहड़ी सिक्ख्या दी शस्त्र विद्या की पढ़ाई की जिहड़ी सेवा है ड्यूटी है बाबा बुढ़ा साहब जी की लगाई है। भावें उन्हां दी उम्र बहुत ज़्यादा हो चुकी है। बाबा बुढ़ा साहब जी का जिहड़ा जन्म है वो 1518 ईस्वी का है तो आप जी थोड़ा जिहा वेख सकते हो कितनी उम्र हो चुकी है। 1595 ईस्वी के विच गुरु हरगोबिंद जी का प्रकाश हुंदा है, बहुत ज़्यादा उम्र हो चुकी है। तो अज 6 साल के जो महाराज होए तो पंचम पातशाह जी ने बाबा बुढ़ा साहब जी की ड्यूटी लाई है कि तुसी इन्हां नूं शस्त्र विद्या अखरी विद्या वख-वख भाषावां दा ज्ञान कुश्ती घोड़सवारी नेजाबाजी आदि जिन्नियां भी ये विद्यावां ने ये सारियां इन्हां नूं सिखा देवो निपुण कर देवो। तो कई इतिहासकार कहते हैं 64 तरह दी विद्या, कईयां ने 72 विद्यावां का जिक्र भी किया है। सारियां बाबा बुढ़ा साहब जी ने श्री हरगोबिंद जी नूं सिखाईयां ने ते इन्ना को ज़्यादा शस्त्र विद्या दे नाल उन्हां दा स्नेह सी। क्या जांदा सी उस समय दा कोई सिख कोई भी वड्डे तो वड्डा जरनैल श्री हरगोबिंद जी दी जिहड़ी शस्त्र विद्या सी उसका मुकाबला करन दे योग नहीं सी। ते गुरु हरगोबिंद साहब महाराज सच्चे पातशाह जी 1606 ईस्वी दे विच गुरगद्दी दे उपर सुभाएमान हुंदे ने। उस तो बाद 1609 ईस्वी दे विच महाराज श्री अकाल तख्त साहब की रचना करते हैं। मीरी पीरी दियां किरपानां बाबा बुढ़ा साहब जी धारण करवाउंदे ने। महाराज सिखां नूं भी शस्त्र विद्या का अभ्यास करवाउंदे ने। शिकार खेडण वास्ते खुद भी जाते हैं, सिखां नूं भी नाल लैके जाते हैं। यही कारण कि हुकूमत नूं ये गल्लां राजसी ठाठ बाट बड़ी चुभदी सी, पर महाराज सिखां दे अंदर आज़ादी पैदा करना चाहुंदे सन। भावें महाराज जी नूं इस सिद्धांत के कारण कई युद्ध भी करने पे। मुख तौर पर महाराज ने 4 वड्डे युद्ध किए हैं। अमृतसर साहब का जिहड़ा युद्ध है वह बाज तो लड़ाई हुंदी है। करतारपुर साहब की जिहड़ी जंग है वो पैंदे खान तो हुंदी है। महाराज की जिहड़ी जंग है जो कि बठिंडे दे विच पैंदा वो जिहड़ी जंग है वो घोड़ियां दे करके हुंदी है। ते हरगोबिंदपुर की जिहड़ी जंग है भगवान दास घेरड़ के कारण होंदी है। 4 वड्डे युद्ध गुरु हरगोबिंद साहब महाराज जी ने अपनी जिंदगी दे विच कीते ने। भावें कि छोटियां छोटियां लड़ाइयां होर भी होईयां ने। सतगुरु जी का अज आपां प्रकाश पुरब मना रहे हाँ ते सतगुरु जी नूं अज भेटा दे वजों याद करदिआं जरूर आपां महाराज जी नूं बाणी पढ़ के याद करन दा यतन करिए। आम तौर पर आपां इस संबंध दे विच प्रकाश दिहाड़ा शब्द वरतते हाँ, पर इत्थे मैं अर्ज करता जावां समाप्ति कर लगा हाँ। दिहाड़ा शब्द शहीदी दे नाल जुड़दा है, दिहाड़ा प्रकाश दे नाल नहीं जुड़दा। ते जिहड़ा पुरब शब्द है ये जन्म दे नाल प्रकाश दे नाल ते गुरगद्दी दे नाल जुड़दा है। दिहाड़ा शहीदी दे नाल ही जुड़दा है, पर आपां कई बार दिहाड़ा शब्द नूं प्रकाश दे नाल जोड़ दिंदे आ ते जिहड़ा पुरब शब्द है उसनूं शहीदी दे नाल भी जोड़ दिंदे आ। इसे करके भाई गुरदास साहब जी अपनी वार दे विच कहंदे ने कुर्बानी तिन्हां गुरसिखां पाए भगत गुरपुरब करन दे। मैं उन्हां गुरसिखां तो कुर्बान जाना है जिहड़े सिख अपने सतगुरु दा प्रकाश पुरब मनाउंदे ने। हजूर किरपा करन होईयां बेअंत भुल्लां दी खिमा। आप जी दा बहुत बहुत हार्दिक धन्नवाद। आप सब संगत नूं धन धन श्री गुरु हरगोबिंद साहब महाराज जी के प्रकाश पुरब की बहुत बहुत बधाई होवे जी। वाहिगुरु जी का खालसा वाहिगुरु जी की फतेह।